खालसा जी चैनल ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ। ਜੀ ਕੀ ਫਤਿਹ। ਬਿਗਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ। बिघन विनाशन सोए। सतनाम श्री वाहिगुरु साहिब जी। दोहरा दौर गए द्वैदास तब जह थिर अब्दुल खान। देखो कहा नवाब जी बिगड़ो काज महान। सतगुरु जी दी साजी निवाजी परम सन्मान योग गुरु खालसा साध संगत जीओ फतेह गजाओ। वाहिगुरु जी का खालसा वाहिगुरु जी की फतेह। सो साध संगत जी आप सारे ही बड़भागे हो जिथे अकाल पुरख वाहिगुरु और ब्रह्म परमेश्वर दे सरगुण स्वरूप दसवें गुरु नानक श्री गुरु गोबिंद सिंह साहिब जी महाराज ने धर्म चलावन संत उबारन दुष्ट सबन को मूल उपारन दे वास्ते अवतार धारिया। अपना आप प्रकाश किया उस महान पवित्र स्थान तखत श्री हरमंदर जी पटना साहिब दे सचखंड दरबार दियां हाजरियां भरदे होए अपना लोक परलोक सुहेला बना रहे हो। कलगीधर दशमेश पिता जी दियां खुशियां प्राप्त कर रहे हो। यही वड्डियां भागां दी निशानी है अते ये सब सतगुरु महाराज जी की बख्शिश रहमत दा सदका है। सो साध संगत जी इस समय गुरु इतिहास की लड़ीवार कथा चल रही है। कवियां दे सिरमौर चूड़ामन कवि भाई साहब भाई संतोख सिंह जी द्वारा रचित श्री गुर प्रताप सूरज ग्रंथ की 6वीं रास चल रही है। कल दे प्रकरण अंदर आप सारिया ने सरवण किया। जलंधर का सूबा अब्दुल खान उसका बड़ा पुत्र नबी बख्श बहुत सारे सिखां का कतलेआम करदा होया अगे वध रहा सी। इधर गुरु का सूरमा भाई परशुराम ने देखा कि साढ़े सिखां नूं वड्डी आउंदा है तां कन तक खिच करके धनुक दे चिल्ले नाल तीर जोड़ करके छड्डिया जो नबी बख्श दे घोड़े दे मत्थे नूं जा वज्जा आर पार हो गया। नबी बख्श घोड़े तो हेठां डिग पिया फिर अपना आप संभाल लिया उसने। फिर इसने खिंच के तीर मारिया परशुराम जी दे। परशुराम जी मूर्छित होके घोड़े तो हेठां डिग पे ते भाई सख्तू जी ढाल तलवार ले करके और बहुत सारे सिखां ने चार चुफेरियों घेरा पा करके रक्षा की ढाल बन के खड़े रहे और बहुत सारे तुर्कां दा हज़ारां ही तुर्कां दा विनाश किया। तलवारां दे नाल कट्टा वड्डी की। इस तरह जदों सुरत आई भाई परशुराम जी नूं तां देखिया कि नबी बख्श जिसने मैनू तीर मारिया सी उठ के सावधान होए सन्मुख गए और म्यान चों तलवार खिंच लई। तलवार दे नाल नबी बख्श दा सिर ला दिता। जदों सिर वड्डिया गया घोड़े तो हेठां डिग पिया। हाहाकार मच गई तुर्कां दे भी सारे पिछां नूं भज्जण लगे। इधर
ਸਾਰੇ ਸਿੰਘ ਜਿਹੜੇ ਹਨ ਤੁਰਕਾਂ ਦੇ ਨਾਲ ਜੰਗ ਕਰਦੇ ਹੋਏ ਅਸਤਰ ਸ਼ਸਤਰ ਦਾ ਪ੍ਰਹਾਰ ਕਰ ਰਹੇ ਹਨ। ਉੱਧਰ ਭਾਜੜ ਮਚ ਗਈ ਹੈ। ਭੱਜ ਕੇ ਤੁਰਕ ਅਬਦੁਲ ਖਾਨ ਨੂੰ ਜਾ ਕੇ ਦੱਸਦਾ ਹੈ ਕਿ ਹੇ ਸੂਬਾ ਜੀ, ਤੁਹਾਡਾ ਵੱਡਾ ਪੁੱਤਰ ਮਾਰਿਆ ਗਿਆ। ਸੋ ਅਗਲੇ ਇਤਿਹਾਸ ਵਿੱਚ ਚੂੜਾਮਨ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਵਰਣਨ ਕਰ ਰਹੇ ਹਨ। ਅਗਲੀ ਕਥਾ ਸਰਵਣ ਕਰਨ ਦੇ ਲਈ ਆਪੋ ਆਪਣੀਆਂ ਮਨੋਬਿਰਤੀਆਂ ਨੂੰ ਇਕਾਗਰ ਕਰੀਏ। ਗੁਰ ਕੀ ਮੂਰਤ ਮਨ ਮਹਿ ਧਿਆਨ, ਗੁਰ ਕੈ ਸ਼ਬਦ ਮੰਤਰ ਮਨ ਮਾਨ, ਗੁਰ ਕੈ ਚਰਨ ਹਿਰਦੈ ਲੈ ਧਾਰੋਂ, ਗੁਰ ਪਾਰ ਬ੍ਰਹਮ ਸਦਾ ਨਮਸਕਾਰੋਂ। ਸਤਿਗੁਰਾਂ ਦੇ ਪਵਿੱਤਰ ਚਰਨਾਂ ਕਮਲਾਂ ਦਾ ਧਿਆਨ ਧਾਰਦੇ ਹੋਏ ਰਸਨਾ ਪਵਿੱਤਰ ਕਰੀਏ। ਸਾਰੇ ਮਾਈ ਭਾਈ ਗੱਜ ਵੱਜ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਜੀ। ਫਿਰ ਸਾਰੇ ਗੱਜ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਜੀ। ਦੋਹਰਾ ਦੌਰ ਗਏ ਦਵੈ ਦਾਸ ਤਬ, ਜਹ ਥਿਰ ਅਬਦੁਲ ਖਾਨ। ਸੋ ਸਾਧ ਸੰਗਤ ਜੀ, ਕਵੀਆਂ ਦੇ ਸਿਰਮੌਰ ਚੂੜਾਮਨ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਅਗਲੀ ਕਥਾ ਵਰਣਨ ਕਰ ਰਹੇ ਹਨ। ਜਿਸ ਵੇਲੇ ਭਾਈ ਪਰਸ਼ੁਰਾਮ ਨੇ ਨਬੀ ਬਖਸ਼ ਦਾ ਸਿਰ ਵੱਢ ਦਿੱਤਾ, ਤੁਰਕਾਂ ਵਿੱਚ ਹਾਹਾਕਾਰ ਮਚ ਗਈ। ਅਨੇਕ ਤੁਰਕਾਂ ਦਾ ਨਾਸ਼ ਕਰਦੇ ਹੋਏ ਭਾਈ ਪਰਸ਼ੁਰਾਮ ਤੇ ਸਕਤੂ ਵੀ ਕੱਟੇ ਗਏ। ਇਹ ਵੀ ਵੀਰ ਗਤੀ ਨੂੰ ਸ਼ਹੀਦੀ ਨੂੰ ਪ੍ਰਾਪਤ ਹੋਏ। ਹੁਣ ਇੱਕ ਤੁਰਕ ਦੌੜ ਕਰਕੇ ਉੱਥੇ ਗਿਆ ਜਿੱਥੇ ਜਲੰਧਰ ਦਾ ਸੂਬਾ ਅਬਦਲ ਖਾਂ ਖਲੋਤਾ ਸੀ। ਦੇਖੋ ਕਹਾਂ ਨਵਾਬ ਜੀ, ਬਿਗੜਿਓ ਕਾਜ ਮਹਾਨ। ਆਖਣ ਲੱਗਿਆ, ਹੈ ਨਵਾਬ ਜੀ, ਕੀ ਦੇਖਦੇ ਹੋ? ਬਹੁਤ ਵੱਡਾ ਨੁਕਸਾਨ ਹੋ ਗਿਆ, ਕੰਮ ਵਿਗੜ ਗਿਆ। ਤੋਟਕ ਛੰਦ ਤੁਵ ਨੰਦਨ ਚੰਦ ਮਨਿੰਦ ਹੁਤੋ। ਹੇ ਨਵਾਬ ਜੀ, ਤੁਹਾਡਾ ਪੁੱਤਰ ਨਬੀ ਬਖਸ਼ ਦੋ ਚੰਦਰਮਾ ਦੇ ਸਰੀਖਾ ਸੀ। ਰਿਪ ਬ੍ਰਿੰਦਰਨ ਕੰਦਤ ਸੋਪ ਹਤੋ। ਬਹੁਤ ਸਾਰੇ ਬੈਰੀਆਂ ਨੂੰ ਮਾਰਦਾ ਹੋਇਆ ਆਪ ਵੀ ਮਾਰਿਆ ਗਿਆ। ਕਮਸਾਨਿਕ ਨੂੰ ਕਰ ਜੰਗ ਮਹੀ। ਔਰ ਰਣ ਭੂਮੀ ਵਿੱਚ ਬੜਾ ਕਮਸਾਨ ਯੁੱਧ ਮਚਿਆ। ਪਿਛਵਾਏ ਹਟਿਓ ਇੱਕ ਪੈਰ ਨਹੀਂ। ਔਰ ਇੱਕ ਤੁਰਕ ਨੇ ਵੀ ਪੈਰ ਨਹੀਂ ਜਮਾਇਆ, ਸਾਰੇ ਪਿਛਾਂ ਹਟ ਕੇ ਆ ਗਏ। ਅਰਜੇ ਸਰ ਤੇ ਬਰਜੇ ਤਰਜੇ। ਤੁਹਾਡੇ ਪੁੱਤਰ ਨੇ ਪੈਰ ਪਿਛਾਂ ਨਹੀਂ ਪੁੱਟਿਆ, ਅੜ ਕਰਕੇ ਤੀਰ ਚਲਾਉਂਦਾ ਰਿਹਾ ਔਰ ਰੋਕ ਕਰਕੇ ਤਾੜ ਕਰਕੇ ਤੀਰ ਦੇ ਨਾਲ ਬਿੰਨੀ ਗਿਆ। ਕਟ ਆਪ ਗਿਰਿਓ ਪੁਰਜੇ ਪੁਰਜੇ। ਫਿਰ ਤੁਹਾਡਾ ਵੱਡਾ ਪੁੱਤਰ ਪੁਰਜੇ ਕੱਟ ਕੇ ਡਿੱਗ ਪਿਆ ਰਣ ਭੂਮੀ ਵਿੱਚ। ਉਹ ਵੀਰ ਮਰੇ ਤਹ ਸੰਗ ਤਹਾਂ। ਬਹੁਤ ਸਾਰੇ ਵੀਰ ਮਰੇ ਉਹਨਾਂ ਦੇ ਵਿੱਚ, ਇਹ ਵੀ ਮਰ ਕੇ ਡਿੱਗਿਆ ਹੋਇਆ ਹੈ। ਗਣ ਲੋਥ ਪਰੀ ਬੈ ਸਰੋਣ ਮਹਾ। ਲੋਥਾਂ ਦੇ ਢੇਰ ਲੱਗੇ ਹੋਏ ਹਨ, ਖੂਨ ਦੇ ਪਰਨਾਲੇ ਚੱਲ ਰਹੇ ਹਨ। ਸੁਨ ਸਰੋਣ ਨਵਾਬ ਸਿਤਾਬ ਤਬੈ। ਸਿਤਾਬ ਛੇਤੀ ਹੀ ਜਦੋਂ ਨਵਾਬ ਅਬਦੁਲ ਖਾਂ ਸੂਬੇ ਨੇ ਕੰਨੀ ਇਹ ਖਬਰ ਦੁਖਦਾਈ ਖਬਰ ਸੁਣੀ। ਸਮਬਾਨ ਲਗੇ ਤਿਸ ਬੈਨ ਸਬੈ। ਉਸ ਤੁਰਕ ਦੇ ਬਚਨ ਔਰ ਬਾਣ ਦੇ ਸਮਾਨ ਕੰਨਾਂ 'ਚ ਵੱਜੇ। ਰੁਦਨੰਤ ਬੜੋ ਬਿਰਲਾਪ ਕਰੈ। ਸੂਬਾ ਅਬਦੁਲ ਖਾਂ ਬਹੁਤ ਬਿਰਲਾਪ ਕਰਨ ਲੱਗਿਆ ਔਰ ਧੀਰਜ ਹਾਰ ਕਰਕੇ ਪੁੱਤਰ ਦਾ ਸ਼ੋਕ ਮਨਾਉਂਦਾ ਹੋਇਆ ਬਹੁਤ ਹੀ ਬਿਰਲਾਪ ਕਰਨ ਲੱਗਿਆ। ਤ੍ਰਿਪਤਿਓ ਨਹ ਦੇਖ ਲਖਿਓ ਨਾ ਮਰੈ। ਅਬਦੁਲ ਖਾਂ ਸੂਬਾ ਮਨ 'ਚ ਵਿਚਾਰਦਾ, ਕਹਿੰਦਾ ਹੈ ਕਿ ਹੇ ਪੁੱਤਰ, ਤੈਨੂੰ ਦੇਖ ਕੇ ਮੈਂ ਅਜੇ ਰੱਜਿਆ ਵੀ ਨਹੀਂ ਸੀ। ਸਾਨੂੰ ਕੀ ਪਤਾ ਸੀ ਕਿ ਤੂੰ ਅੱਜ ਹੀ ਮਰ ਜਾਣਾ ਹੈ। ਗਮਨਿਓ ਕਿਸ ਥਾਨ ਹੈ ਪ੍ਰਾਨ ਤਜੇ। ਇਸ ਥਾਂ ਤੇ ਰਣ ਭੂਮੀ ਵਿੱਚ ਜਾ ਕੇ ਤੂੰ ਆਪਣਾ ਪ੍ਰਾਣ ਤਿਆਗਿਆ। ਮੁਝ ਛੋੜ ਗਇਓ ਰਣ ਤੇ ਨਾ ਭਜੇ। ਰਣ ਭੂਮੀ ਤੋਂ ਪਿਛਾਂ ਭੱਜ ਕੇ ਕਿਉਂ ਨਹੀਂ ਆ ਗਿਆ ਸਾਡੇ ਕੋਲ? ਕਿਉਂ ਮਰ ਗਿਆ? ਹੁਣ ਮੈਂ ਕਿਹਦਾ ਮੂੰਹ ਦੇਖਾਂਗਾ?
मैं अजे तेरा मुंह देख के रज्या भी नहीं सी, क्यों ना पिछा मुड़े आया। किम जाए लड़ियो नह पाछ रहियो, क्यों जा करके अगे लड़दा रहा, क्यों नहीं पिछा हट आया। तुझ जात बड़ो समझाए कहो, तेनू जांदे नू बहुत चंगी तरह समझा के भेजिया सी। लघुनंदन आए गयो सुन कर, छोटा पुत्र ਇਹ ਸੁਣ ਕਰਕੇ ਆਪਣੇ ਵੱਡੇ ਭਰਾ ਦੀ ਮੌਤ ਦੀ ਖਬਰ ਸੁਣ ਕਰਕੇ ਆ ਗਿਆ ਪਿਤਾ ਦੇ ਕੋਲ। ਸਮਝਾਏ ਪਿਤਾ ਕਹੋ ਇਉਂ ਪਨ ਕੈ, ਔਰ ਆਪਣੇ ਪਿਤਾ ਨੂੰ ਛੋਟਾ ਪੁੱਤਰ ਸਮਝਾਉਣ ਲੱਗਿਆ। ਬਿਰਲਾਪ ਤੇ ਆਪ ਨਿਲਾਇਕ ਤੈ, ਤੁਸੀਂ ਕਿਉਂ ਬਿਰਲਾਪ ਕਰ ਰਹੇ ਹੋ, ਤੁਹਾਡੇ ਵਾਸਤੇ ਇਹ ਯੋਗ ਨਹੀਂ ਹੈ। ਬਿਰਲਾਪ ਕਰਨਾ ਰਣ ਭੂਮੀ ਵਿੱਚ ਲਾਇਕ ਨਹੀਂ ਹੈ। ਸਭ ਲੋਕ ਨਿਹਾਰਤ ਨਾਇਕ ਤੈ, ਸਾਰੇ ਤੁਰਕ ਸੈਨਾ ਦੇ ਨਾਇਕ ਹੋ ਤੁਸੀਂ ਇਸ ਤਰ੍ਹਾਂ ਕਿਉਂ ਬਿਰਲਾਪ ਕਰ ਰਹੇ ਹੋ, ਸਾਰੇ ਤੁਹਾਨੂੰ ਦੇਖ ਰਹੇ ਹਨ। ਅਬ ਧੀਰ ਤਰੋ ਨਹਿ ਜੋਗ ਤੁਮੈ, ਹੁਣ ਧੀਰਜ ਧਾਰੋ, ਬਿਰਲਾਪ ਕਰਨਾ ਤੁਹਾਡੇ ਵਾਸਤੇ ਯੋਗ ਨਹੀਂ ਹੈ। ਨਹਿ ਰੋਦਨ ਕੋ ਇਹ ਜਾਨ ਸਮੈ, ਔਰ ਇਹ ਬਿਰਲਾਪ ਕਰਨ ਦਾ ਸਮਾਂ ਨਹੀਂ ਹੈ ਰਣ ਭੂਮੀ ਵਿੱਚ। ਜਬ ਲੋ ਗੁਰ ਕੋ ਕਹਿ ਲੇਹੁ ਨਹੀਂ, ਔਰ ਛੋਟਾ ਪੁੱਤਰ ਆਖਦਾ ਹੈ ਆਪਣੇ ਪਿਤਾ ਅਬਦੁਲ ਖਾਨ ਨੂੰ, ਜਦ ਤੱਕ ਮੈਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਫੜ ਨਹੀਂ ਲੈਂਦਾ, ਰਣ ਬੀਚ ਕਿਦੋਂ ਹੱਥ ਦੇਹੁ ਤਹੀਂ, ਰਣ ਭੂਮੀ ਵਿੱਚ ਜਾਂ ਸ਼ਸਤਰ ਮਾਰ ਕੇ ਮਾਰ ਨਹੀਂ ਦਿੰਦਾ। ਤਬ ਲੋ ਨ ਹਟੋ ਬੜ ਜੰਗ ਕਰੋ, ਬਹੁਤ ਭਾਰਾ ਕਮਸਾਨ ਜੰਗ ਕਰਾਂਗਾ, ਪਿਛਾਂ ਨਹੀਂ ਹਟਾਂਗਾ, ਜਾਂ ਫੜ ਲਵਾਂਗਾ ਜਾਂ ਮਾਰ ਦਿਆਂਗਾ ਗੁਰੂ ਜੀ ਨੂੰ। ਅਬ ਆਏ ਸਮੋਹੇ ਭਲੇ ਉਚਰੋ, ਹੁਣ ਤੁਸੀਂ ਮੈਨੂੰ ਭਲੀ ਪ੍ਰਕਾਰ ਆਗਿਆ ਦੇਣੀ ਕਰੋ, ਮੈਂ ਰਣ ਭੂਮੀ ਵਿੱਚ ਅੱਗੇ ਜਾ ਕਰਕੇ ਜੰਗ ਕਰਾਂ। ਗਹਿ ਲਿਆਏ ਗੁਰੂ ਤਬ ਬਾਤ ਰਹੈ, ਜਦੋਂ ਗੁਰੂ ਨੂੰ ਫੜ ਕੇ ਲਿਆਵਾਂਗਾ ਤਾਂ ਸਾਡੀ ਗੱਲ ਰਹਿ ਜਾਵੇਗੀ। ਨਤ ਸਾਹੋ ਜਹਾਂ ਤਿਦਕਾਰ ਕਹੈ, ਨਹੀਂ ਤਾਂ ਸ਼ਾਹਜਹਾਂ ਬਾਦਸ਼ਾਹ ਸਾਨੂੰ ਤਿਰਕਾਰ ਕਹੇਗਾ। ਲਘੂ ਨੰਦਨ ਤੇ ਸੁਨ ਬਾਕ ਤਬੈ, ਤਦੋਂ ਅਬਦੁਲ ਖਾਂ ਸੂਬਾ ਆਪਣੇ ਛੋਟੇ ਪੁੱਤਰ ਤੋਂ ਇਹ ਗੱਲ ਸੁਣ ਕੇ ਤਰ ਧੀਰਜ ਕੋ ਤਜ ਸੋਕ ਸਬੈ, ਔਰ ਸੋਗ ਧੀਰਜ ਧਾਰ ਕੇ ਸੋਗ ਦਾ ਤਿਆਗ ਕੀਤਾ। ਉਮੜਿਓ ਰਣ ਕੋ ਦਲ ਸੰਗ ਲਿਓ, ਇਧਰ ਛੋਟਾ ਪੁੱਤਰ ਦਲ ਬਲ ਦੇ ਸਹਿਤ ਰਣ ਭੂਮੀ ਵਿੱਚ ਅੱਗੇ ਚੱਲਿਆ। ਹਥਿਆਰ ਸੰਭਾਰ ਅਗਾਰ ਪਇਓ, ਹਥਿਆਰ ਸੰਭਾਲ ਕਰਕੇ ਅੱਗੇ ਹੋਇਆ। ਗਨ ਦੁੰਦਬ ਪੈ ਦੋਏ ਚੋਬ ਪਰੀ, ਔਰ ਦੋਹਰੀ ਚੋਬ ਨਗਾਰੇ ਦੇ ਉੱਪਰ ਚੋਟ ਕੀਤੀ। ਬੜ ਨਾਦ ਵਧਿਓ ਕਿਲਕਾਰ ਕਰੀ, ਬਹੁਤ ਸ਼ੋਰ ਸ਼ਰਾਬਾ ਹੋਇਆ, ਨਗਾੜਾ ਵਜਣ ਦੀ ਬਹੁਤ ਉੱਚੀ ਧੁਨ ਗੰਭੀਰ ਧੁਨ ਉੱਠੀ। ਤੁਰ ਕਾਣ ਲਖਿਓ ਸਭ ਅੰਤ ਪਇਓ, ਇੱਧਰ ਤੁਰਕਾਂ ਨੇ ਜਾਣਿਆ ਕਿ ਹੁਣ ਅੰਤ ਸਮਾਂ ਆ ਗਿਆ ਹੈ। ਵਿਸਮਾਏ ਰਹੇ ਰਣ ਹੇਰ ਲਿਓ, ਰਣ ਭੂਮੀ ਵੱਲ ਦੇਖ ਕਰਕੇ ਸਾਰੇ ਹੈਰਾਨ ਹੋ ਰਹੇ ਹਨ ਕਿ ਅੱਜ ਜੰਗ ਦਾ ਅੰਤ ਹੋ ਜਾਣਾ ਹੈ। ਦੋਹਰਾ ਲਘੂ ਸੁਤ ਅਬਦੁਲ ਖਾਨ ਕੋ ਭਰਾਤਾ ਮਰਿਓ ਵਿਸਾਲ, ਅਬਦੁਲ ਖਾਨ ਸੂਬੇ ਦਾ ਛੋਟਾ ਪੁੱਤਰ ਆਪਣੇ ਵੱਡੇ ਭਰਾ ਦੀ ਮੌਤ ਦੀ ਖਬਰ ਸੁਣ ਕੇ ਬਹੁਤ ਵਿਚਲਿਤ ਹੋ ਗਿਆ। ਅਧਿਕ ਕ੍ਰੋਧ ਜਿਸ ਕੇ ਪਇਓ, ਪਿਖ ਪਿਤ ਰੋਦਤ ਹਾਲ, ਆਪਣੇ ਪਿਤਾ ਨੂੰ ਰੋਂਦਿਆਂ ਤੇ ਵੱਡੇ ਭਰਾ ਦਾ ਮਰਨਾ ਸੁਣ ਕਰਕੇ ਬੜੇ ਕ੍ਰੋਧ ਵਿੱਚ ਆਇਆ। ਮਸ ਭੀਜਤ ਬਾਂਕੋ ਬੜੋ, ਆਯੁਧ ਵਿਦਿਆ ਜਾਨ, ਜੋ ਆਯੁਧ ਵਿਦਿਆ ਸ਼ਸਤਰ ਵਿਦਿਆ ਵਿੱਚ ਨਿਪੁੰਨ ਸੀ ਅਤੇ ਥੋੜੀ ਦਾੜੀ ਆਈ ਸੀ ਔਰ ਕਾਲੀ ਦਾੜੀ ਸੀ, ਅਜੇ ਬਾਂਕਾ ਨੌਜਵਾਨ ਸੀ। ਕੰਚਨ ਜਰੇ ਜਵਾਹਰਨ ਜਬਰ ਜੇਵ ਜਿਵ ਠਾਨ, ਸੋਨੇ ਜਵਾਹਰਾਤਾਂ ਦੇ ਨਾਲ ਜੜੇ ਹੋਏ ਹਥਿਆਰ ਉਸਨੇ ਫੜ ਲਏ। ਚੌਪਈ ਨਾਮ ਕਰੀਮ ਬਖਸ਼ ਬਲਵੰਤਾ, ਬੜੇ ਬਲ ਵਾਲਾ ਛੋਟੇ ਪੁੱਤਰ ਦਾ ਨਾਮ ਕਰੀਮ ਬਖਸ਼ ਹੈ। ਵੱਡਾ ਪੁੱਤਰ ਨਬੀ ਬਖਸ਼ ਸੀ, ਮਾਰਿਆ ਗਿਆ।
ਹੁਣ ਅਬਦੁਲ ਖਾਨ ਸੂਬੇ ਦਾ ਛੋਟਾ ਪੁੱਤਰ ਜਿਸ ਦਾ ਨਾਮ ਕਰੀਮ ਬਖਸ਼ ਹੈ, ਅਬਮਾਨੀ ਨ ਕਿਸੇ ਗਿਣੰਤਾ। ਉਹ ਐਡਾ ਹੰਕਾਰੀ ਹੈ ਜੋ ਕਿਸੇ ਨੂੰ ਗਿਣਦਾ ਨਹੀਂ, ਕਿਸੇ ਨੂੰ ਜਾਣਦਾ ਨਹੀਂ। ਆਪਣੇ ਸਾਹਮਣੇ ਅਧਿਕ ਮੋਲ ਕੋ ਤਰੇ ਤੁਰੰਗ, ਬਹੁਤ ਕੀਮਤੀ ਘੋੜਾ ਹੈ ਉਸਦੇ ਪਾਸ। ਚੰਚਲ ਕਰਤ ਚਲਾਕੀ ਅੰਗ, ਔਰ ਅੰਗਾਂ ਨੂੰ ਫੁੜਕਾਉਂਦਾ ਹੋਇਆ ਬੜੀ ਚਲਾਕੀ ਚੰਚਲਤਾ ਦੇ ਨਾਲ ਘੋੜਾ ਚੱਲਣ ਵਾਲਾ ਹੈ, ਤੇਜ਼ ਗਤੀ ਦੇ ਨਾਲ। ਸਹਤ ਸੰਮਲੇ ਸਿਰ ਪਰ ਚੀਰਾ, ਸਿਰ ਦੇ ਉੱਪਰ ਦਸਤਾਰ ਬੰਨੀ ਹੋਈ ਹੈ ਕਰੀਮ ਬਖਸ਼ ਨੇ, ਤੇ ਸੰਮਲ ਜੋ ਪਿਛਲਾ ਲੜ ਪਿਛਾਂ ਨੂੰ ਸਿੱਟ ਕਰਕੇ ਪੱਗ ਬੰਨ੍ਹਦੇ ਹਨ, ਔਰ ਪਿਛਲੇ ਲੜ ਨੂੰ ਸੰਮਲ ਕਿਹਾ ਜਾਂਦਾ ਹੈ। ਸੋ ਸੰਮਲ ਵਾਲੀ ਦਸਤਾਰ ਬੰਨੀ, ਤੁਰਰਾ ਤਰੇ ਅਪਰ ਸੁਭ ਚੀਰਾ। ਦਸਤਾਰ ਦੇ ਉੱਪਰ ਤੁਰਰਾ ਛੱਡਿਆ, ਫਰਲਾ ਜਿਹਨੂੰ ਆਖਦੇ ਹਨ, ਪਿੱਛੇ ਵੀ ਔਰ ਲੰਬੀ ਲੜ ਔਰ ਅੱਗੇ ਵੀ ਟੰਗ ਲੈਂਦੇ ਹਨ ਤੁਰਰਾ। ऐसी दस्तार सजा करके तीखन बरछी गह कर हाथ, बहुत तीखी बरछी हाथ विच फड़ के पूजत पानज साथी साथ, और अपने साथियां नू नाल ले करके पुछदा है, भराता नबी बख्श किस थान, मेरा बड़ा भरा नबी बख्श किस थां ते है। हनेओ गवारन करहो बखान, तुसी दसना करो गवारा ने मेरे बड़े भरा नू किथे मारिया है। तिसकी लोथ दिखावो मोही, करीम बख्श आखदा मेरे बड़े भरा दी लोथ दिखावना करो। हर गोबिंद अब तिस मग होही, और गुरु हरगोबिंद साहब जी उसे रस्ते विच होणगे। सुन सुबटन सब बात बताई, तुरकां दे सूरमियां ने सारी गल दसी। ਵੇਖੋ ਜਹਾਂ ਤਿਥ ਸਿੱਖ ਸਮੁਦਾਈ, है करीम बख्श जी ਉੱਥੇ ਦੇਖੋ ਜਿੱਥੇ ਸਿੱਖਾਂ ਦਾ ਇਕੱਠ ਹੈ। ਗਾਡੇ ਖਰੇ ਤੁਫੰਗ ਸੰਭਾਰੇ, ਜਿਨ੍ਹਾਂ ਨੇ ਬੜੀ ਮੁਸਤੈਦੀ ਦੇ ਨਾਲ ਤਕਰਾਈ ਦੇ ਨਾਲ ਹੱਥ 'ਚ ਬੰਦੂਕਾਂ ਫੜੀਆਂ ਹੋਈਆਂ ਹਨ। ਤਿਸ ਤੇ ਪਰੇ ਪਿਖੋ ਭਟ ਭਾਰੇ, ਉਸ ਤੋਂ ਪਰੇ ਦੇਖੋ ਬਹੁਤ ਵੱਡੇ ਵੱਡੇ ਭਾਰੇ ਸੂਰਮੇ ਖਲੋਤੇ ਹਨ। ਤਿਨ ਤੇ ਦਾਹਿਨ ਉਰ ਨਿਹਾਰੋ, ਉਹਨਾਂ ਤੋਂ ਸੱਜੇ ਪਾਸੇ ਵੇਖਣਾ ਕਰੋ। ਆਪ ਗੁਰੂ ਠਾਂਡੋ ਬਲ ਭਾਰੋ, ਵੱਡੇ ਬਲ ਭਾਰੀ ਬਲ ਵਾਲੇ ਗੁਰੂ ਸਾਹਿਬ ਜੀ ਆਪ ਖਲੋਤੇ ਹਨ। ਨਬੀ ਬਖਸ਼ ਕੋ ਜਬ ਹੂੰ ਮਾਰਾ, ਸਾਡੇ ਵੱਡੇ ਭਰਾ ਨਬੀ ਬਖਸ਼ ਨੂੰ ਜਦੋਂ ਸਿੱਖਾਂ ਨੇ ਮਾਰਿਆ, ਤੁਰਕ ਪਲਾਏ ਪਰੇ ਬਲਹਾਰਾ, ਬਲਹਾਰ ਕਰਕੇ ਸਾਰੇ ਤੁਰਕ ਸੈਨਿਕ ਪਿਛਾਂ ਨੂੰ ਭੱਜ ਗਏ। ਰੋਕਿਓ ਥਾਨ ਆਨ ਰਿਪ ਬ੍ਰਿੰਦ, ਵੈ ਬਹੁਤ ਸਾਰੇ ਬੈਰੀਆਂ ਨੇ ਆਣ ਕੇ ਉਹ ਅਸਥਾਨ ਰੋਕ ਲਿਆ। ਅਬ ਠਾਂਡੇ ਕਰ ਗੋਲ ਬਿਲੰਦ, ਹੁਣ ਗੋਲ ਬਿਲੰਦ ਬਹੁਤ ਵੱਡਾ ਗੋਲਾਕਾਰ ਘੇਰਾ ਪਾ ਕਰਕੇ ਖਲੋਤੇ ਹਨ। ਸੁਨਤ ਕਰੀਮ ਬਖਸ਼ ਸਭ ਗਾਥਾ, ਸਾਰੀ ਗਾਥਾ ਸੁਣ ਕਰਕੇ ਅਬਦੁਲ ਖਾਨ ਸੂਬੇ ਦਾ ਛੋਟਾ ਪੁੱਤਰ ਕਰੀਮ ਬਖਸ਼ ਲਾਲ ਬਿਲੋਚਣ ਮੁਖ ਰਿਸ ਸਾਥਾ, ਬੜੇ ਕ੍ਰੋਧ ਦੇ ਸਹਿਤ ਅੱਖਾਂ ਲਾਲ ਕਰਕੇ ਨਬੀ ਬਖਸ਼ ਜੈ ਲੜ ਗਿਰ ਮਰਿਓ, ਵੱਡਾ ਭਰਾ ਨਬੀ ਬਖਸ਼ ਜਿੱਥੇ ਲੜਦਾ ਹੋਇਆ ਮਰ ਕੇ ਡਿੱਗਿਆ ਪਿਆ ਸੀ। ਬਲੀ ਸੁਬਟ ਲੈ ਚਲਬੋ ਕਰਿਓ, ਆਪਣੇ ਨਾਲ ਸੂਰਮਿਆਂ ਨੂੰ ਲੈ ਕਰਕੇ ਕਰੀਮ ਬਖਸ਼ ਚੱਲਣ ਲੱਗਿਆ। ਕਹਿਓ ਸਭਿਨ ਸੋ ਊਚ ਪੁਕਾਰ, ਉੱਚੀ ਆਵਾਜ਼ ਵਿੱਚ ਬੰਗਾਰਦਾ ਹੋਇਆ ਆਪਣੇ ਸਾਥੀਆਂ ਨੂੰ ਇਉਂ ਆਖਦਾ ਹੈ, ਅਹੋ ਨੁਵਾਲੇ ਪਿਆਲੇ ਧਾਰ, ਇਹ ਇਕੱਠੇ ਖਾਣ ਪੀਣ ਵਾਲਿਓ ਯਾਰੋ ਸੁਣਨਾ ਕਰੋ। ਹਰ ਗੋਬਿੰਦ ਲੋ ਪਹੁੰਚ ਹੈ ਜੋਏ, ਹਰਗੋਬਿੰਦ ਸਾਹਿਬ ਜੀ ਤੱਕ ਜਿਹੜਾ ਪਹੁੰਚਣਾ ਚਾਹੁੰਦਾ ਹੈ, ਜੀਵਨ ਕੀ ਜਿਸ ਚਾਹੇ ਨਾ ਹੋਏ, ਆਪਣੇ ਜਿਉਣ ਦੀ ਆਸ ਚਾਹ ਜਿਸ ਨੂੰ ਨਹੀਂ ਹੈ, ਜੋ ਮਰ ਜੀਵੜਾ ਹੈ ਮਰਨ ਲਈ ਤਿਆਰ ਹੈ, ਸੁਤ
ਸੁਤ ਬਨਤਾ ਜੋ ਸਿਮਰਹਿ ਨਾਹੀ। ਜੋ ਆਪਣੇ ਇਸਤਰੀ ਪੁੱਤਰ ਨੂੰ ਚੇਤੇ ਨਹੀਂ ਕਰਦਾ, ਇਸਤਰੀ ਪੁੱਤਰ ਦੇ ਨਾਲ ਬਹੁਤਾ ਮੋਹ ਨਹੀਂ ਕਰਦਾ, ਸੋ ਮਮ ਸੰਗ ਚਲੋ ਰਣ ਮਾਹੀ। ਰਣ ਭੂਮੀ ਵਿੱਚ ਉਹ ਸੂਰਮੇ ਮੇਰੇ ਨਾਲ ਚੱਲਣ, ਜਿਸ ਕੇ ਹਿਰਦੇ ਤਰਾਸ ਹੈ ਭਾਰਾ। ਜਿਸ ਦੇ ਹਿਰਦੇ ਵਿੱਚ ਭਾਰਾ ਤਰਾਸ ਡਰ ਹੈ। ਨਿਜ ਕੁਟੰਬ ਸੰਗ ਰਾਖੈ ਪਿਆਰਾ। ਜੋ ਆਪਣੇ ਪਰਿਵਾਰਾਂ ਦੇ ਨਾਲ ਬਹੁਤਾ ਪਿਆਰ ਰੱਖਦਾ ਹੈ, ਸੋ ਹਟ ਜਾਹੋ ਸੰਗ ਨਹਿ ਆਵੋ। ਉਹ ਤੁਸੀਂ ਪਿਛਾਂ ਮੁੜ ਜਾਓ, ਉਹ ਸਾਰੇ ਪਿਛਾਂ ਮੁੜ ਜਾਣ, ਮੇਰੇ ਨਾਲ ਨਾ ਆਉਣ। ਪਿਤ ਸਮੀਪ ਠਹਿਰੋ ਤਹ ਜਾਵੋ। ਪਿਤਾ ਦੇ ਸਮੀਪ ਜਾ ਕੇ ਠਹਿਰੋ, ਸਾਡੇ ਨਾਲ ਨਾ ਚੱਲੋ। ਜੋ ਡਰਦੇ ਹਨ, ਜਿਨ੍ਹਾਂ ਦਾ ਪਰਿਵਾਰਾਂ ਦੇ ਨਾਲ ਬਹੁਤਾ ਮੋਹ ਹੈ, ਜੋ ਮਰਨ ਤੋਂ ਡਰਦੇ ਹਨ, ਉਹ ਸਾਡੇ ਨਾਲ ਨਾ ਆਉਣ, ਮੇਰੇ ਪਿਤਾ ਦੇ ਪਾਸ ਜਾ ਕਰਕੇ ਖੜੇ ਹੋਣ। ਸੁਨ ਕੈ ਕਾਇਰ ਇਤ ਉਤ ਹੋਏ। ਕਾਇਰ ਬੁਜ਼ਦਿਲ ਜਿਹੜੇ ਸਨ, ਇਹ ਸੁਣ ਕੇ ਕਰੀਮ ਬਖਸ਼ ਪਾਸੋਂ ਇੱਧਰ ਉੱਧਰ ਹੋ ਗਏ। ਜਾਣਿਓ ਆਜ ਮਰਨ ਸਭ ਕੋਏ। ਉਹਨਾਂ ਕਾਇਰਾਂ ਬੁਜ਼ਦਿਲਾਂ ਨੇ ਜਾਣਿਆ ਅੱਜ ਸਾਰਿਆਂ ਦਾ ਮਰਨਾ ਨਿਸ਼ਚਿਤ ਹੈ। ਇਨ ਅਖਲਨ ਕੀ ਕਰਹਿ ਕੁਠਾਰੀ। ਇਹਨਾਂ ਸਾਰੇ ਤੁਰਕਾਂ ਦੀ ਕੁਠਾਲੀ ਕਰ ਦੇਣਗੇ ਗੁਰੂ ਸਾਹਿਬ ਜੀ, ਭਾਵ ਗਾਲ ਦੇਣਗੇ। ਜਿਵੇਂ ਕੁਠਾਲੀ ਵਿੱਚ ਪਾ ਕੇ ਸੋਨਾ ਗਾਲਿਆ ਜਾਂਦਾ ਹੈ, ਇਸ ਤਰ੍ਹਾਂ ਸਾਰੇ ਤੁਰਕਾਂ ਨੂੰ ਗੁਰੂ ਸਾਹਿਬ ਜੀ ਰਣ ਭੂਮੀ ਰੂਪ ਕੁਠਾਲੀ ਵਿੱਚ ਪਾ ਕੇ ਗਾਲ ਦੇਣਗੇ। ਨਹ ਗੁਰ ਛੋਰ ਹੈ ਜੋਧਾ ਭਾਰੀ। ਕਿਉਂਕਿ ਉਹ ਛੱਡਣ ਵਾਲੇ ਨਹੀਂ ਹਨ, ਉਹ ਬੜ ਯੋਧਾ ਬਹੁ ਪਰਉਪਕਾਰੀ ਹਨ। ਨਾਹਕ ਧਾਰ ਗਰਭ ਚੜ ਆਏ। ਔਰ ਨਾਹਕ ਹੀ ਹੰਕਾਰ ਧਾਰ ਕੇ ਅਸੀਂ ਚੜ ਕੇ ਗੁਰੂ ਸਾਹਿਬ ਜੀ ਦੇ ਉੱਪਰ ਆਏ ਹਾਂ। ਹਮ ਪਕਰਹਿ ਗੁਰ ਕੋ ਅਬ ਜਾਏ। ਇਹ ਕਰੀਮ ਬਖਸ਼ ਕਹਿ ਰਿਹਾ ਹੈ ਕਿ ਹੁਣ ਅਸੀਂ ਗੁਰੂ ਸਾਹਿਬ ਜੀ ਨੂੰ ਜਾ ਕੇ ਫੜ ਲਵਾਂਗੇ। ਸਪਤ ਸਹੰਸਰ ਅਗਰ ਜਿਨ ਮਾਰਾ। ਜਿਸ ਗੁਰੂ ਨੇ ਅੱਗੇ 7000 ਮੁਗਲਾਂ ਨੂੰ ਮਾਰਨਾ ਕੀਤਾ। ਪਹਿਲੇ ਜੰਗ ਵਿੱਚ 7000 ਮੁਗਲ ਸੈਨਾ ਦਾ ਸੈਨਾਪਤੀ ਮੁਗਲਸ ਖਾਂ ਸੀ, ਉਹ ਸਾਰੇ ਮਾਰੇ ਗਏ। ਇਹ ਦੂਜਾ ਜੰਗ ਚੱਲ ਰਿਹਾ ਹੈ। 15000 ਮੁਗਲ ਸੈਨਿਕ ਲੈ ਕੇ ਅਬਦੁਲ ਖਾਂ ਜਲੰਧਰ ਦਾ ਸੂਬਾ ਚੜ੍ਹ ਕੇ ਆਇਆ। ਸੋ ਪਹਿਲਾਂ ਜਿਸ ਗੁਰੂ ਨੇ 7000 ਮੁਗਲ ਮਾਰੇ ਹਨ, ਬਚੇ ਸੁਪਾਜੇ ਤੁਰਕ ਹਜ਼ਾਰਾ। ਜਿਹੜੇ ਬਚ ਗਏ, ਹਜ਼ਾਰਾਂ ਹੀ ਤੁਰਕ ਭੱਜ ਗਏ, ਉਹ ਬਚ ਗਏ। ਸੋ ਇਨ ਕੇ ਕਰ ਮਹਿਕਮ ਆਵੇ। ਐਸਾ ਬਲੀ ਗੁਰੂ ਇਨ੍ਹਾਂ ਤੁਰਕਾਂ ਦੇ ਹੱਥ ਕਿਵੇਂ ਆ ਸਕਦੇ ਹਨ? ਕਰਾਮਾਤ ਸਾਹਿਬ ਦਰਸਾਵੇ। ਉਹ ਕਰਾਮਾਤ ਸਾਹਿਬ ਮਾਲਕ ਹਨ, ਕਰਾਮਾਤ ਦੇ ਧਨੀ ਦਿਸਦੇ ਹਨ। ਸ੍ਰੀ ਨਾਨਕ ਸਭ ਪੀਰਨ ਪੀਰ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੋ ਪੀਰਾਂ ਦੇ ਪੀਰ ਹਨ, ਹਿੰਦੂਆਂ ਦਾ ਗੁਰੂ, ਮੁਸਲਮਾਨਾਂ ਦਾ ਪੀਰ ਬਾਬਾ ਨਾਨਕ ਸਾਹਿਬ ਫਕੀਰ। ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਹਿੰਦੂ ਵੀ ਮੰਨਦੇ ਸਨ ਔਰ ਮੁਸਲਮਾਨ ਵੀ ਮੰਨਦੇ ਸਨ। ਜਿਸ ਵੇਲੇ ਬਾਬੇ ਨਾਨਕ ਦਾ ਅਵਤਾਰ ਹੋਇਆ, ਪੁਰੋਹਿਤ ਹਰਦਿਆਲ ਜੀ ਨੇ ਨਾਮਕਰਨ ਕੀਤਾ। ਬਾਬਾ ਕਾਲੂ ਜੀ ਦੇ ਕਹਿਣ 'ਤੇ ਨਾਮ ਨਾਨਕ ਰੱਖਿਆ ਤੇ ਬਾਬਾ ਕਾਲੂ ਜੀ ਆਖਣ ਲੱਗੇ, ਹੇ ਪੰਡਤ ਜੀ, ਤੁਸੀਂ ਤਾਂ ਰਲਵਾ ਮਿਲਵਾ ਨਾਮ ਰੱਖ ਦਿੱਤਾ, ਸਾਡੇ ਖੱਤਰੀਆਂ 'ਚ ਇਹੋ ਜਿਹਾ ਨਾਮ ਕਿਸੇ ਨੇ ਅੱਜ ਤੱਕ ਨਹੀਂ ਰੱਖਿਆ। ਤੇ ਕਿਹਾ ਕਿ ਬਹੁਤ ਸੋਚ ਸਮਝ ਕੇ 13 ਦਿਨਾਂ ਬਾਅਦ ਸਾਰੇ ਜੋਤਿਸ਼ ਵਿਦਿਆ ਨੂੰ ਸੋਧ ਵਿਚਾਰ ਕਰਕੇ ਨਾਮ ਨਾਨਕ ਰੱਖਿਆ ਹੈ। ਨਾਨਕ ਪਦ ਦਾ ਅਰਥ ਪੁਰੋਹਿਤ ਹਰਦਿਆਲ ਜੀ ਨੇ ਦੱਸਿਆ ਕਿ ਨਾਨਕ ਦੇ ਨੰਨੇ ਨੂੰ ਕੰਨਾ ਹੈ, ਨੰਨਾ ਮੁਕਤਾ ਹੈ ਤੇ ਕੱਕਾ ਮੁਕਤਾ ਹੈ। ਨਾਨਕ ਜਿਹੜਾ ਨੰਨੇ ਨੂੰ ਕੰਨਾ ਹੈ, ਉਹ ਕੰਨਾ ਅੱਗੇ ਕਰ ਦਿਓ, ਨੰਨਾ ਮੁਕਤਾ ਹੋ ਜਾਏਗਾ। ਉਹ ਕੰਨੇ 'ਚੋਂ ਐੜਾ ਨਿਕਲੇਗਾ, ਅਗਲੇ ਨੰਨੇ ਦੇ ਨਾਲ ਜੁੜੇਗਾ ਤੇ ਨਾ ਜੋੜ ਅੰਨ ਬਣ ਜਾਏਗਾ। ਅੰਨ ਜੋ ਨੰਨੇ 'ਚੋਂ ਫਿਰ ਐੜਾ ਨਿਕਲੇਗਾ, ਉਹ ਕੱਕੇ ਦੇ ਨਾਲ ਜੁੜੇਗਾ, ਅੱਕ ਬਣ ਜਾਏਗਾ। ਨਾ ਅੰਨ ਅੱਕ, ਜਿਸ ਦੇ ਵਿੱਚ ਨਾ ਕੋਈ ਦਵੈਤ ਹੈ ਨਾ ਕੋਈ ਦੁੱਖ ਹੋਵੇਗਾ, ਉਸ ਦਾ ਨਾਮ ਨਾਨਕ ਹੈ। ਅਨਕ ਰਹਿਤ ਪਰਮਾਤਮ ਜੋਈ, ਨਾਨਕ ਨਾਮ ਕਹਾਵੈ ਸੋਈ। ਨਾਨਕ ਨਾਮ ਪਰਮਾਤਮਾ ਦਾ ਹੈ। ਸੋ ਜਿੰਨੇ ਵੀ ਅਵਤਾਰ ਹੋਏ ਹਨ,
ਜਿਵੇਂ ਹਿੰਦੂਆਂ ਦੇ ਅਵਤਾਰ ਰਾਮ ਚੰਦਰ ਕ੍ਰਿਸ਼ਨ ਜੀ ਹੋਏ ਹਨ, ਉਹਨਾਂ ਨੂੰ ਸਿਰਫ ਹਿੰਦੂ ਮੰਨਦੇ ਰਹੇ ਹਨ। ਮੁਸਲਮਾਨਾਂ ਦੇ ਹਜ਼ਰਤ ਮੁਹੰਮਦ ਸਾਹਿਬ ਨੂੰ ਸਿਰਫ ਮੁਸਲਮਾਨ ਮੰਨਦੇ ਸਨ, ਪਰ ਇਹਨਾਂ ਨੂੰ ਦੋਨੇ ਮੰਨਣਗੇ, ਮੁਸਲਮਾਨ ਵੀ ਮੰਨਣਗੇ ਅਤੇ ਹਿੰਦੂ ਵੀ ਮੰਨਣਗੇ। ਦੋਹਾਂ ਦੇ ਪੂਜਨੀਕ ਸਾਰੇ ਜਗਤ ਦੇ ਪੂਜਨੀਕ ਗੁਰੂ ਹੋਣਗੇ। ਸੋ ਪੀਰਾਨ ਪੀਰ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜਿਨ੍ਹਾਂ ਨੇ ਬਾਬਰ ਨੂੰ 7 ਪੀੜ੍ਹੀਆਂ ਰਾਜ ਕਰੋਗੇ ਦਾ ਵਰਦਾਨ ਦਿੱਤਾ, ਔਰ ਜਦੋਂ ਇਹ ਵੀ ਨਾਲ ਗੱਲ ਕਹੀ ਸੀ, ਜਦੋਂ ਸੱਚਾ ਨਿਆਂ ਕਰੋਗੇ ਤਾਂ ਤੁਹਾਡਾ ਰਾਜ ਕਾਇਮ ਰਹੇਗਾ, ਜਦੋਂ ਹੁਕਮ ਅਦੂਲੀ ਕਰੋਗੇ ਤੁਹਾਡਾ ਰਾਜ ਭਾਗ ਖੁੱਸ ਜਾਏਗਾ। ਦੂਜੀ ਪੀੜ੍ਹੀ ਵੇਲੇ ਹੀ ਰਾਜ ਭਾਗ ਖੁੱਸ ਗਿਆ ਜਦੋਂ ਸ਼ੇਰ ਸ਼ਾਹ ਸੂਰੀ ਨੇ ਹੁਮਾਯੂੰ ਨੂੰ ਮਾਰ ਕੇ ਭਜਾ ਦਿੱਤਾ। ਹੁਮਾਯੂੰ ਬਾਦਸ਼ਾਹ ਭੱਜਦਾ ਹੋਇਆ ਖਡੂਰ ਸਾਹਿਬ ਆਇਆ। ਸਤਿਗੁਰੂ ਅੰਗਦ ਦੇਵ ਜੀ ਮਹਾਰਾਜ ਬੱਚਿਆਂ ਦੇ ਨਾਲ ਪਰਚੇ ਹੋਏ ਖੇਡ ਰਹੇ ਸਨ, ਪਰਚ ਰਹੇ ਸਨ। ਇਹ ਘੋੜੇ 'ਤੇ ਅਸਵਾਰ ਇੰਤਜ਼ਾਰ ਕਰਦਾ ਰਿਹਾ ਕਿ ਗੁਰੂ ਸਾਹਿਬ ਜੀ ਮੇਰੇ ਵੱਲ ਦੇਖਣ ਤਾਂ ਮੈਂ ਬੇਨਤੀ ਕਰਾਂ, ਪਰ ਗੁਰੂ ਸਾਹਿਬ ਜੀ ਨੇ ਹੁਮਾਯੂੰ ਬਾਦਸ਼ਾਹ ਵੱਲ ਤੱਕਿਆ ਵੀ ਨਹੀਂ, ਪਰਚੇ ਰਹੇ ਬੱਚਿਆਂ ਦੇ ਨਾਲ। ਬੜੇ ਕ੍ਰੋਧ ਵਿੱਚ ਆ ਕੇ ਮਿਆਨ 'ਚੋਂ ਤਲਵਾਰ ਕੱਢਣ ਲੱਗਿਆ। ਉਸ ਵੇਲੇ ਸਤਿਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੇ ਕਿਹਾ, ਐ ਹੁਮਾਯੂੰ ਬਾਦਸ਼ਾਹ, ਜਦੋਂ ਸ਼ੇਰ ਸ਼ਾਹ ਸੂਰੀ ਤੇਰੇ ਮਗਰ ਲੱਗਿਆ ਸੀ ਉਸ ਵੇਲੇ ਤੇਰੀ ਤਲਵਾਰ ਕਿੱਥੇ ਸੀ? ਹੁਣ ਪੀਰਾਂ ਫਕੀਰਾਂ 'ਤੇ ਚਲਾਉਣ ਵਾਸਤੇ ਤਲਵਾਰ ਕੱਢ ਰਿਹਾ। ਬੜਾ ਸ਼ਰਮਿੰਦਾ ਹੋਇਆ, ਚਰਨਾਂ 'ਤੇ ਢਹਿ ਪਿਆ। ਮਹਾਰਾਜ, ਤੁਹਾਡੇ ਵੱਡੇ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਮੇਰੇ ਪਿਤਾ ਬਾਬਰ ਨੂੰ 7 ਪੀੜ੍ਹੀਆਂ ਰਾਜ ਕਰੋਗੇ ਦਾ ਵਰਦਾਨ ਦਿੱਤਾ ਸੀ, ਅਤੇ ਦੂਜੀ ਪੀੜ੍ਹੀ ਵੇਲੇ ਹੀ ਰਾਜ ਭਾਗ ਖੁੱਸ ਗਿਆ। ਕਿਹਾ, ਰਾਜ ਭਾਗ ਤਾਂ ਤੈਨੂੰ ਹੁਣੇ ਪ੍ਰਾਪਤ ਹੋ ਜਾਣਾ ਸੀ, ਪਰ ਤੂੰ ਬੇਅਦਬੀ ਕੀਤੀ ਹੈ, ਨਿਰਾਦਰੀ ਕੀਤੀ ਹੈ, ਸ਼ਰਨ ਵਿੱਚ ਆਇਆ, ਇਹਦਾ ਫਲ ਤੈਨੂੰ ਮਿਲੇਗਾ। ਸਮਾਂ ਪਾ ਕੇ ਤੈਨੂੰ ਰਾਜ ਭਾਗ ਪ੍ਰਾਪਤ ਹੋ ਜਾਏਗਾ ਪੁਨਾ। ਫਿਰ ਮੱਥਾ ਟੇਕ ਕਰਕੇ ਹੁਮਾਯੂੰ ਬਾਦਸ਼ਾਹ ਚਲਾ ਗਿਆ। ਕਾਫੀ ਚਿਰ ਈਰਾਨ, ਇਰਾਕ, ਅਫਗਾਨਿਸਤਾਨ ਇਹਨਾਂ ਮੁਲਕਾਂ ਵਿੱਚ ਵਿਚਰਦਾ ਰਿਹਾ। ਕਰੀਬਨ 15 ਸਾਲ ਬਾਹਰ ਵਿਚਰਦਿਆਂ ਫਿਰ ਸੈਨਾ ਇਕੱਠੀ ਕੀਤੀ, ਫਿਰ ਹਿੰਦੁਸਤਾਨ 'ਤੇ ਆ ਕੇ ਚੜ੍ਹਾਈ ਕੀਤੀ, ਸ਼ੇਰ ਸ਼ਾਹ ਸੂਰੀ ਨੂੰ ਹਰਾਇਆ, ਫਿਰ ਦਿੱਲੀ ਦੇ ਤਖ਼ਤ 'ਤੇ ਕਾਬਜ ਹੋਇਆ। ਸੋ ਇਸ ਤਰ੍ਹਾਂ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜੋ ਪੀਰਾਨ ਪੀਰ ਹਨ, ਇਹ ਤੁਰਕ ਜਾਣਦੇ ਹਨ। ਜਿਹੜੇ ਸਰਦਾਲੂ ਤੁਰਕ ਹਨ, ਗੁਰੂ ਘਰ ਦੀ ਮਹਿਮਾ ਨੂੰ ਬਖੂਬੀ ਜਾਣਦੇ ਹਨ। ਉਹ ਤੁਰਕ ਆਪਸ ਵਿੱਚ ਕਹਿ ਰਹੇ ਹਨ, ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਪੀਰਾਂ ਦੇ ਪੀਰ ਹੋਏ ਹਨ। ਤਿਨ ਗਾਦੀ ਪਰ ਇਹ ਬੜ ਵੀਰ, ਉਹਨਾਂ ਦੀ ਗੁਰਤਾ ਗੱਦੀ ਤੇ ਵੱਡੇ ਵੀਰ ਯੋਧੇ ਸੂਰਮੇ ਬੈਠੇ ਹਨ। ਗਹਿਓ ਨਾ ਜਾਏ ਨਾ ਮਾਰਿਓ ਜਾਏ, ਉਹ ਗੁਰੂ ਸਾਹਿਬ ਜੀ ਨਾ ਤਾਂ ਫੜੇ ਜਾ ਸਕਦੇ ਹਨ, ਨਾ ਮਾਰੇ ਜਾ ਸਕਦੇ ਹਨ। ਹਨ ਹੈ ਤੁਰਕ ਸੈਨਾ ਸਮੁਦਾਏ, ਔਰ ਸਾਰੇ ਤੁਰਕ ਸੈਨਾ ਨੂੰ ਵਿਨਾਸ਼ ਕਰ ਦੇਣਗੇ। ਅੱਗੇ ਵੀ ਮਾਰੇ ਹਨ, ਹੁਣ ਵੀ ਮਾਰ ਦੇਣਗੇ ਸਾਰਿਆਂ ਨੂੰ। ਇਮ ਜਿਨ ਜਾਨਾ ਤਿਨ ਡਰ ਮਾਨਾ, ਇਸ ਪ੍ਰਕਾਰ ਜਿਨ੍ਹਾਂ ਤੁਰਕਾਂ ਨੇ ਜਾਣਿਆ ਕਿ ਗੁਰੂ ਸਾਹਿਬ ਜੀ ਵੱਡੇ ਯੋਧੇ ਹਨ, ਉਹ ਕਿਸੇ ਨੂੰ ਛੱਡਣਗੇ ਨਹੀਂ। ਜਿਨ੍ਹਾਂ ਨੇ ਇਸ ਤਰ੍ਹਾਂ ਜਾਣਿਆ ਉਹਨਾਂ ਨੇ ਡਰ ਮੰਨਿਆ। ਸੋ ਟਰ ਗਏ ਦਾਵ ਕਰ ਨਾਨਾ, ਉਹ ਨਾਨਾ ਪ੍ਰਕਾਰ ਦੇ ਦਾਵ ਕਹਾਵ ਕਰਕੇ, ਬਹਾਨੇ ਕਰਕੇ ਟਲ ਗਏ, ਰਣ ਭੂਮੀ ਚੋਂ ਖਿਸਕ ਗਏ। ਨਿਤਰੇ ਵੀਰ ਮਰਨ ਡਰ ਜਾਹੇ ਨਾ, ਜਿਨ੍ਹਾਂ ਦੇ ਮਨ 'ਚ ਡਰ ਨਹੀਂ ਹੈ, ਜੋ ਮਰਨ ਲਈ ਤਿਆਰ ਹਨ, ਉਹ ਨਹੀਂ ਗਏ, ਉਹ ਕਰੀਮ ਬਖਸ਼ ਦੇ ਨਾਲ ਰਹੇ। ਸੁਤ ਬਣਤਾ ਕੋ ਸਿਮਰਤ ਨਾਹਿ ਨਾ, ਜੋ ਇਸਤਰੀ ਪੁੱਤਰ ਦਾ ਮੋਹ ਨਹੀਂ ਕਰਦੇ। ਇੱਕ ਗ੍ਰਸਤ ਆਸ਼ਰਮ ਵਿੱਚ ਰਹਿਣਾ, ਮੋਹ ਤੋਂ ਰਹਿਤ ਹੋਣਾ, ਉਹ ਪੂਰਨ ਹੈ, ਉਹ ਮੁਖੀ ਹੈ, ਜਗਤ ਵਿੱਚ ਪ੍ਰਧਾਨ ਹੈ, ਜੋ ਗ੍ਰਸਤ ਆਸ਼ਰਮ ਵਿੱਚ ਰਹਿੰਦਿਆਂ ਹੋਇਆਂ ਪਰਿਵਾਰਾਂ ਦਾ ਮੋਹ ਨਹੀਂ ਕਰਦਾ। ਪਿਆਰ ਕਰਨਾ, ਜ਼ਿੰਮੇਵਾਰੀ ਨਿਭਾਉਣੀ ਹੈ, ਪਰ ਇੰਨਾ ਮੋਹ ਵਿੱਚ ਖੱਚਤ ਨਹੀਂ ਹੋ ਜਾਣਾ ਕਿ ਪਰਮਾਤਮਾ ਭੁੱਲ ਜਾਏ। ਜ਼ਿੰਮੇਵਾਰੀ ਨਿਭਾਉਣੀ ਹੈ। ਗ੍ਰਸਤ ਆਸ਼ਰਮ ਨੂੰ ਪ੍ਰਧਾਨਗੀ ਦਿੱਤੀ ਹੈ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ, ਪਰ ਸਾਰੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਵੀ ਔਰ ਪਰਮਾਤਮਾ ਨੂੰ ਚੇਤੇ ਰੱਖਣਾ ਹੈ।
ਗ੍ਰਸਤ ਆਸ਼ਰਮ ਵਿੱਚ ਹੀ ਰਹਿ ਕੇ। ਇਹ ਨਹੀਂ ਕਿਹਾ ਗੁਰੂ ਸਾਹਿਬ ਜੀ ਨੇ ਕਿ ਘਰ-ਬਾਰ ਛੱਡ ਕੇ ਜੰਗਲ ਚਲੇ ਜਾਓ, ਸੰਨਿਆਸ ਧਾਰਨ ਕਰ ਲਓ। ਅੰਤਰੀਵ ਸੰਨਿਆਸ ਧਾਰਨ ਕਰਨਾ ਕਲਗੀਧਰ ਦਸਮੇਸ਼ ਪਿਤਾ ਜੀ ਦਾ ਫਰਮਾਨ ਹੈ। ਰੇ ਮਨ ਐਸੋ ਕਰ ਸੰਨਿਆਸਾ, ਬਨ ਸੇ ਸਦਨ ਸਭੈ ਕਰ ਸਮਝੋ, ਮਨ ਹੀ ਮਾਹੇ ਉਦਾਸਾ। ਘਰ ਨੂੰ ਹੀ ਜੰਗਲ ਜੈਸਾ ਸਮਝੋ। ਜੇ ਗ੍ਰਹਿ ਬਨ ਸੰਸਰ ਕੀਆ ਤੇ ਪੂਰੇ ਸੰਸਾਰ। ਉਹ ਸੰਸਾਰ ਵਿੱਚ ਪੂਰੇ ਹਨ ਜਿਨ੍ਹਾਂ ਨੇ ਘਰ ਅਤੇ ਜੰਗਲ ਨੂੰ ਇੱਕ ਸਮਾਨ ਜਾਣਿਆ ਹੈ। ਸੋ ਜਿਨ੍ਹਾਂ ਦਾ ਪਰਿਵਾਰਾਂ ਦੇ ਨਾਲ ਮੋਹ ਨਹੀਂ ਹੈ। ਬਾਂਧਿਓ ਚੁੰਗ ਪ੍ਰਥਕ ਜਬ ਹੋਵਾ। ਜਦੋਂ ਵੱਖਰੇ ਹੋਏ, ਜੁਦੇ ਹੋਏ, ਸਾਰਿਆਂ ਨੇ ਟੋਲੇ ਬੰਨ ਲਏ ਤੁਰਕਾਂ ਨੇ। ਅਬਦੁਲ ਖਾਨ ਦੂਰ ਤੇ ਜੋਵਾ। ਸੂਬਾ ਅਬਦੁਲ ਖਾਨ ਨੇ ਦੂਰੋਂ ਹੀ ਦੇਖਿਆ। ਬੁਝਿਓ ਸੁਪਟ ਸੁਨਾਵਨ ਠਾਨਾ। ਇੱਕ ਸੂਰਮੇ ਨੂੰ ਅਬਦੁਲ ਖਾਨ ਨੇ ਪੁੱਛਿਆ। ਉਹ ਸੂਰਮੇ ਨੇ ਸਾਰੀ ਵਾਰਤਾ ਕਹਿ ਕੇ ਸੁਣਾਈ। ਜਾਤ ਕਰੀਮ ਬਖਸ਼ ਬਲਵਾਨਾ। ਬਲਵਾਨ ਤੁਹਾਡਾ ਛੋਟਾ ਪੁੱਤਰ ਕਰੀਮ ਬਖਸ਼ ਅੱਗੇ ਜਾ ਰਿਹਾ ਹੈ। ਕਹਿ ਕੇ ਗੁਰ ਲਗ ਪਹੁੰਚੋ ਜਾਈ। ਤੁਹਾਡਾ ਛੋਟਾ ਪੁੱਤਰ ਆਖਦਾ ਕਰੀਮ ਬਖਸ਼ ਕੇ ਗੁਰੂ ਸਾਹਿਬ ਜੀ ਜਿੱਥੇ ਹਨ ਉੱਥੇ ਤੱਕ ਮੈਂ ਜਾਵਾਂਗਾ। ਲੀਨੇ ਬੀਨ ਜੋਧਾ ਸਮੁਦਾਈ। ਜਿਸ ਨੇ ਵੱਡੇ ਵੱਡੇ ਯੋਧੇ ਮਰ ਜੀਵੜੇ, ਜਿਨ੍ਹਾਂ ਨੂੰ ਜੀਵਨ ਦੀ ਕੋਈ ਚਾਹ ਨਹੀਂ ਹੈ, ਚੁਣ ਚੁਣ ਕਰਕੇ ਆਪਣੇ ਨਾਲ ਲਏ ਹਨ। ਵੱਡੇ ਪੁੱਤਰ ਕੋ ਸਿਮਰਤ ਕਹਿਓ। ਇਧਰ ਅਬਦੁਲ ਖਾਨ ਸੂਬਾ ਆਪਣੇ ਵੱਡੇ ਪੁੱਤਰ ਨਬੀ ਬਖਸ਼ ਨੂੰ ਚੇਤੇ ਕਰਦਾ ਹੈ। ਇਨ ਕਿਉ ਮਰਨ ਆਪਨੋ ਚਾਹਿਓ। ਵੱਡੇ ਪੁੱਤਰ ਨੂੰ ਚੇਤੇ ਕਰਕੇ ਸੋਚਦਾ ਹੈ ਕਿ ਛੋਟਾ ਪੁੱਤਰ ਕਿਉਂ ਹੁਣ ਮਰਨਾ ਚਾਹੁੰਦਾ। ਇੱਕ ਤਾਂ ਮਾਰਿਆ ਗਿਆ, ਇਹ ਵੀ ਮਰਨ ਵਾਸਤੇ ਅੱਗੇ ਜਾ ਰਿਹਾ ਹੈ। ਜਾਹੋ ਸੀਤਾ ਵੀ ਕਰੋ ਹਟਾਵਨ। ਜੇ ਉਸ ਸੂਰਮੇ ਨੂੰ ਜਿਸ ਨੇ ਖਬਰ ਦੱਸੀ ਸੀ ਕਿ ਤੁਹਾਡਾ ਛੋਟਾ ਪੁੱਤਰ ਅੱਗੇ ਵਧ ਰਿਹਾ ਹੈ, ਤੇ ਤਾੜ ਕੇ ਕਿਹਾ ਕਿ ਜਾਓ ਸੀਤਾ ਵੀ ਛੇਤੀ ਜਾਓ, ਉਸ ਨੂੰ ਹਟਾਉਣਾ ਕਰੋ, ਪਿਛਾਂ ਮੋੜਨਾ ਕਰੋ। ਆਇਓ ਇੱਕ ਕਰ ਤੁਰੰਗ ਦੁਰਾਵਨ। ਇੱਕ ਘੋੜਸਵਾਰ ਘੋੜੇ ਨੂੰ ਦੌੜਾਉਂਦਾ ਹੋਇਆ ਆਇਆ। ਵਰਜਤ ਹੈ ਨਵਾਬ ਤੁਝ ਖਰੋ। ਕਰੀਮ ਬਖਸ਼ ਨੂੰ ਆਖਣ ਲੱਗਿਆ ਤੁਹਾਡਾ ਪਿਤਾ ਅਬਦੁਲ ਖਾਨ ਵਰਜ ਰਿਹਾ ਹੈ, ਮਨਾ ਕਰ ਰਿਹਾ ਅੱਗੇ ਜਾਣ ਤੋਂ। ਠਹਿਰੋ ਇਹਾਂ ਜੰਗ ਕੋ ਕਰੋ। ਤੁਸੀਂ ਇੱਥੇ ਹੀ ਪਿਛਾਂ ਰਹਿ ਕਰਕੇ ਠਹਿਰ ਕਰਕੇ ਜੰਗ ਕਰੋ, ਨੇੜੇ ਨਾ ਜਾਓ। ਕਹਾ ਕਸੂਤੇ ਜਾਹੋ ਮਰਨ ਕੋ। ਕਿਉਂ ਕਸੂਤੇ ਫਸਣਾ ਚਾਹੁੰਦੇ ਹੋ, ਕਿਉਂ ਕਸੂਤੇ ਮਰਨਾ ਚਾਹੁੰਦੇ ਹੋ। ਰਿਪ ਠਾਂਡੇ ਬੋ ਪ੍ਰਾਨ ਹਰਨ ਕੋ। ਬਹੁਤ ਸਾਰੇ ਦੁਸ਼ਮਨ ਖਲੋਤੇ ਹਨ ਤੁਰਕਾਂ ਦਾ ਪ੍ਰਾਣ ਨਾਸ਼ ਕਰਨ ਲਈ। ਸੁਨ ਕਰ ਪਿਤ ਕੋ ਕਹਿਓ ਨਾ ਮਾਨਿਓ। ਪਿਤਾ ਦਾ ਹੁਕਮ ਸੁਣ ਕੇ ਵੀ ਕਰੀਮ ਬਖਸ਼ ਨੇ ਨਹੀਂ ਮੰਨਿਆ। ਮੈਂ ਮਾਰੋ ਜਿਨ ਭਰਾਤਾ ਹਾਨਿਓ। ਆਖਣ ਲੱਗਿਆ ਕਿ ਮੈਂ ਜ਼ਰੂਰ ਮਾਰਾਂਗਾ ਜਿਸ ਨੇ ਮੇਰੇ ਵੱਡੇ ਭਰਾ ਨੂੰ ਮਾਰਿਆ ਹੈ। ਇਤ ਸਿਰ ਹਰ ਗੋਬਿੰਦ ਸਭ ਜਾਨੀ। ਇਧਰ ਅੰਤਰਜਾਮੀ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸਾਰੀ ਗੱਲ ਜਾਣ ਲਈ। ਹੇਲਾ ਤਿਆਰ ਕੀਨ ਅਬਮਾਨੀ। ਅਵਮਾਨੀ ਹੰਕਾਰੀ ਕਰੀਮ ਬਖਸ਼ ਨੇ ਹੱਲਾ ਕਰਨ ਦੀ ਤਿਆਰੀ ਕੀਤੀ ਹੋਈ ਹੈ। ਵਿਧੀ ਚਾਂਦ ਕੋ ਹੁਕਮ ਬਖਾਨਾ। ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਵਿਧੀ ਚੰਦ ਦੇ ਤਾਈ ਹੁਕਮ ਫਰਮਾਇਆ। ਇਹ ਸਨਮੁਖ ਜੋ ਟੋਲ ਮਹਾਨਾ। ਇਹ ਸਨਮੁਖ ਜੋ ਟੋਲਾ ਤੁਰਕਾਂ ਦਾ ਆ ਰਿਹਾ ਹੈ। ਸੁਤ ਨਵਾਬ ਕੋ ਲਘੁ ਅਬਮਾਨੀ। ਔਰ ਅਬਦੁਲ ਖਾਨ ਸੂਬੇ ਦਾ ਛੋਟਾ ਪੁੱਤਰ ਜਿਹੜਾ ਬੜਾ ਹੰਕਾਰੀ ਹੈ ਆ ਰਿਹਾ ਹੈ। ਭਰਾਤਾ ਮਰੇ ਬਿਰਥਾ ਬਹੁਮਾਨੀ। ਇਹਦਾ ਵੱਡਾ ਭਰਾ ਮਾਰਿਆ ਗਿਆ, ਇਸਨੇ ਬਹੁਤ ਦੁੱਖ ਮੰਨਿਆ ਹੈ। ਹੇਲਾ ਘਾਲਣ ਕੋ ਅਬ ਚਾਹਤ। ਉਹ ਹੱਲਾ ਕਰਨਾ ਚਾਹੁੰਦਾ ਹੈ, ਹੁਣ ਅੱਗੇ ਵੱਧ ਕਰਕੇ ਬੜਾ ਹੰਕਾਰੀ ਹੈ। ਇਸ ਨੂੰ ਆਪਣੀਆਂ ਭੁਜਾਵਾਂ ਤੇ ਬਹੁਤ ਨਾਜ਼ ਹੈ, ਸ਼ਸਤਰ ਫੜੇ ਹੋਏ ਹਨ, ਇਹ ਹੱਲਾ ਕਰਨਾ ਚਾਹੁੰਦਾ ਹੈ। ਬਿਨ ਸੂਰਮੇ ਆਏ ਉਮਾਹਤ। ਔਰ ਬੀਨ ਸੂਰਮਿਆਂ ਨੂੰ ਚੁਣ ਚੁਣ ਕਰਕੇ ਲੈ ਕੇ ਆਇਆ ਹੈ। ਲਿਓ ਆਗਾ ਅਬ ਠਾਂਡੇ ਹੋਏ। ਤੁਸੀਂ ਆਗਾ ਰੋਕੋ ਜਾ ਕੇ ਅੱਗੇ ਸਨਮੁਖ ਹੋ ਕੇ। ਤਜ ਹੋ ਤੀਰ ਗਣ ਬੀਚ ਪਰੋਏ। ਔਰ ਪੱਥੇ ਚੋਂ ਤੀਰ ਕੱਢ ਕੱਢ ਕੇ ਚਿੱਲੇ ਨਾਲ ਜੋੜ ਕਰਕੇ ਤੀਰਾਂ ਦੀ ਵਰਖਾ ਕਰੋ, ਪਰੋ ਦਿਓ ਤੁਰਕਾਂ ਨੂੰ। ਸਾਵਧਾਨ ਹਵੈ ਆਪ ਬਚਾਵ ਹੋ। ਇਹ ਸਾਵਧਾਨ ਹੋ ਕਰਕੇ ਆਪਣੇ ਸਰੀਰ ਨੂੰ ਬਚਾਉਣਾ ਕਰੋ।
ਆਪਣਾ ਆਪ ਬਚਾਉਂਦੇ ਹੋਏ ਤੁਰਕਾਂ ਦੇ ਉੱਪਰ ਵਾਰ ਕਰੋ। ਲਿਹੁ ਦਲ ਸੰਗ ਅਗਰ ਕੋ ਧਾਵੋ। ਔਰ ਸਿੱਖਾਂ ਦਾ ਦਲ ਲੈ ਕਰਕੇ ਨਾਲ ਜਾਓ, ਅੱਗੇ ਨੂੰ ਜਾਣਾ ਕਰੋ। ਵਿਧੀ ਚਾਂਦ ਹਰ ਕਿਉ ਸੁਨ ਸਾਦਰ। ਸਾਦਰ ਪੂਰਵਕ ਗੁਰੂ का हुक्म सुन के भाई विधि चंद जी गरजत बोलियो वीर बहादुर। बड़ा बांका वीर बहादुर भाई विधि चंद गज के बोलिया, महाराज जी क्या गीदी एहू। हे महाराज गरीब निवाज गिद्दड़ की हन मेरे सामने। हत है सियाल सम आवन देहू। तुसी आउण तां दिओ, गिद्दड़ां दे समान इन्हां दा शिकार करांगे। जिवें शेर गिद्दड़ां दा शिकार करदा है, गिद्दड़ां दे समान इन्हां नूं मारांगे। इम कै बड़ धौंसा बजवायो। इउं कह के भाई विधि चंद जी ने नगाड़ा बजवाया। बजी बांब उन जन गर जायो। नगाड़ा जदों बजया इन्नी गंभीर धुन उठी जिवें बदल गज्या होवे। पाए हुक्म गुर को तब चाला। भाई विधि चंद जी गुरु का हुक्म सुन करके मन के सिख सूरमिਆਂ ਨੂੰ ਨਾਲ ਲੈ ਕੇ ਅੱਗੇ ਚੱਲ ਪਏ। लेकर संग सुबट विसाला। बड़े बड़े सूरमे मर जीवड़े सूरमिਆਂ ਨੂੰ ਨਾਲ ਲੈ ਕੇ ਚੱਲੇ। तुरकन जाए सुकीन बखान। तुरकां ने जा करके कहा अपने सूबे अब्दुल खान नूं, जहाँ थिरियो है अब्दुल खान। और जिथे अब्दुल खान खलोता है नहीं करीम बख्श ने माना। अब्दुल खान नूं एक तुर्क ने जा करके दस्या कि तुहाडे छोटे पुत्र ने तुहाडी गल नहीं मन्नी, तुहाडा हुक्म नहीं मन्निया, वो अगे ही अगे जा रहा है। कह पहुँचो गुर तिस थाना। जिथे गुरु खलोता है मैं उत्थे तक जरूर पहुंचांगा, ਜਾਂ ਫੜ ਲਵਾਂਗਾ ਜਾਂ ਮਾਰ ਦਿਆਂਗਾ। ਸੁਣ ਕੈ ਸਿਰ ਧੁਨ ਕੈ ਪਛਤਾਵਾ। ਅਬਦੁਲ ਖਾਨ ਸੂਬਾ ਸੁਣ ਕਰਕੇ ਸਿਰ ਧੁਨਣ ਲੱਗਿਆ, ਸਿਰ ਫੜ ਕੇ ਬੜਾ ਪਛਤਾਤਾਪ ਕਰਨ ਲੱਗਿਆ। ਗਇਓ ਬੰਸ ਜਗ ਤੇ ਅਬ ਪਾਵਾ। ਅਬ ਪਾਵਾ ਹੁਣ ਜਾਣ ਲਿਆ ਮੈਂ ਚੰਗੀ ਤਰ੍ਹਾਂ ਕਿ ਜਗਤ ਤੋਂ ਸੰਸਾਰ ਤੋਂ ਸਾਡਾ ਬੰਸ ਹੁਣ ਉਜੜ ਗਿਆ, ਖਤਮ ਹੋ ਗਿਆ। ਵੱਡਾ ਪੁੱਤਰ ਮਾਰਿਆ ਗਿਆ, ਛੋਟਾ ਵੀ ਨਹੀਂ ਬਚੇਗਾ। ਹੁਣ ਮੈਨੂੰ ਇਉਂ ਲੱਗਦਾ ਕਿ ਮੇਰਾ ਬੰਸ ਉਜੜ ਗਿਆ। ਓਚਕ ਖਤਰੀ ਆਨ ਚੜਾਏ। ਅਚਾਨਕ ਦੋ ਖੱਤਰੀਆਂ ਨੇ ਸਾਨੂੰ ਕਹਿ ਕੇ ਚੜਾ ਕੇ ਲਿਆਂਦਾ। ਆਪ ਮਰਿਓ ਹਮਕੋ ਮਰਵਾਏ। ਇਹ ਦੋਵੇਂ ਖੱਤਰੀ ਰਤਨ ਚੰਦ ਤੇ ਕਰਮ ਚੰਦ, ਇੱਕ ਘੇਰੜ ਦਾ ਪੁੱਤਰ ਰਤਨ ਚੰਦ ਤੇ ਚੰਦੂ ਦਾ ਪੁੱਤਰ ਕਰਮ ਚੰਦ, ਇਹ ਦੋਵੇਂ ਖੱਤਰੀ ਆਪ ਵੀ ਮਰਨਗੇ, ਸਾਨੂੰ ਵੀ ਮਰਵਾਉਣਗੇ। ਰਤਨ ਚੰਦ ਅਰ ਕਰਮ ਚੰਦ ਦੋਏ। ਰਤਨ ਚੰਦ ਤੇ ਕਰਮ ਚੰਦ ਇਹ ਦੋਵੇਂ ਖੱਤਰੀ। ਤਿਨ ਕੀ ਦਿਸ਼ਾ ਦੇਖ ਕੈ ਰਿਸ ਹੋਏ। ਅਬਦੁਲ ਖਾਨ ਸੂਬੇ ਨੇ ਦੋਹਾਂ ਖੱਤਰੀਆਂ ਵੱਲ ਦੇਖਿਆ, ਬੜੇ ਕ੍ਰੋਧਵਾਨ, ਬਹੁਤ ਕ੍ਰੋਧ ਵਿੱਚ ਆਇਆ। ਕਹਿਓ ਤਰਜ ਕੈ ਤਿਨ ਕੇ ਸੰਗ। और बहुत ताड़ के कहा तुसी निसंग क्यों खलोते हो, यहाँ खरे क्यों भये निसंग। इत्थे तुसी निसंग हो के क्यों खलोते हो, तुसी सानू कह के चढ़ा के लियाए। तुसी तां कहंदे सी कि गुरु साहब जी दे पास सूरमे नहीं हन, वो गंवार लोग इकट्ठे कीते हुए हैं जिन्हां नू शस्त्र भी चलाउणा नहीं आउंदा। हुण तां उन्हां दे जिन्हां नू तुसी गंवार कहंदे सी ਉਹ ਸਾਡੇ ਹਜ਼ਾਰਾਂ ਹੀ ਸੂਰਮਿਆਂ ਨੂੰ ਮਾਰ ਚੁੱਕੇ ਹਨ ਔਰ ਮਾਰੀ ਜਾ ਰਹੇ ਹਨ। ਤੁਸੀਂ ਕਿਉਂ ਸਾਨੂੰ ਦੱਸਿਆ, ਸਾਨੂੰ ਗੁੰਮਰਾਹ ਕੀਤਾ ਤੁਸਾਂ ਨੇ, ਤੁਹਾਨੂੰ ਸ਼ਰਮ ਨਹੀਂ ਆਉਂਦੀ। रतन चंद करम चंद नू ताड़ के अब्दुल खां कह रहा है, नबी बख्श को जिस थल मारा। मेरे बड़े पुत्र नबी बख्श नू जिस थां ते मारिया, तहां करीम बख्श पग धारा। उथे करीम बख्श अगे जा रहा है। जिथे बड़ा पुत्र मरिया इसने प्रण किया मैं उत्थे तक जावांगा, मैं अपने बड़े भरा दी लोथ नू देखांगा ते उत्थे खड़े गुरु नू फड़ के लियावांगा। मिल हो जाए अब तिसके संग। हुण जा करके मिलांगा,
मैं अपने बड़े भरा दी लोथ नूं देखांगा। रक्षो मम श्रुत को बिच जंग, और मेरे पुत्र नूं जंग विच रक्षा करो जाके। दोहां खत्रियां नूं रतन चंद ते करम चंद नूं ताड़ के आख रहा है, तुसीं दोने इत्थे निसंग क्यों खड़े हो? जाओ रणभूमि विच मेरे पुत्र दी रक्षा करो। जहां करीम बख्श चल जाए, जिथे तक मेरा छोटा पुत्र करीम बख्श चल के जावे, तिसको साथ छोड़ न आए। ਉਹਦੇ ਨਾਲ रहना, साथ कदे नहीं छड़ना। मैम इत कालो जोर कनेरा, बहुता जोर पाके घमसान युद्ध मचावो। होए अंत रण को इस बेरा, इस समय रण दा अंत हो जाना चाहिए है, हुण अंत नेड़े ही है। गहो के मारो गुर को जाई, और गुरु नू जाके फड़ लो या मार दियो। नबी बख्श को पलटो पाई, जदों गुरु नू फड़ लओगे या मार लओगे तां मेरे बड़े पुत्र दा बदला हो जाएगा, तां मैं समझांगा कि बदला ले लिया। इसको बचन बाप को सुनियो, बड़े क्रोध भरे बचन नवाब अब्दुल खां सूबे दा सुनिया दोहां खत्रियां ने। गुनियो ससुक पुत्र जिस हनियो, और जानिया कि इसनू बड़े पुत्र दे मरण दा बड़ा सोग है और क्रोधवान होना जायज है। सो इउं जानिया कि इसकी गलती नहीं है, क्योंकि पुत्र मारिया गया है, ये विचलित हो गया, इस करके क्रोध विच कह रहा है। दोहां खत्रियां ने अगों कोई उत्तर ना दिता। दोनों खतरी तूसन तरक, दोने खतरी रतन चंद ते करम चंद चुप्पी धार के, प्रेर है तूरणता करक, शीघ्रता धार के घोड़े ते असवार होए घोड़े नू प्रेरणा कीता। कुछ सुबटले संग सिधारे, कुछ सूरमियां नू नाल लै करके दोने खतरी चले। मिले करीम बख्श बन प्यारे, और प्यारे बन के करीम बख्श नू जा मिले दोवें खतरी। बाजत बाजन लगे जुझाऊ, जुझारू बाजे बजन लगे। गमने अगर टोल समदाऊ, और अगे तुरकां दे टोले जड़े हन वो अगे वध रहे हन, और तुरकां दे नाल रतन चंद ते करम चंद ये दोने ही जा रहे हैं। जब तुरक तो से तुम करे, जदों तुरका ने तो से नगाड़े बजवाए, है खुदाए फेरे अगवारे, घोड़े नू दौड़ा करके अगे आए। विधि चांद तै सन्मुख होवा, भाई विधि चंद जी उन्हां तुरकां दे सन्मुख होए। शास्त्र संभारत आगे जोवा, शास्त्र नू संभालदे होए अगे सन्मुख होए तुरकां दे। छूटन लगी तुफंग बृंद, बहुत सारियां बंदूकां इको बारी चलन लगियां। तरफड़ उठे ओ शब्द बिलंद, धड़फड़ उठे और बड़ा गंभीर धुन उठी। तुमल युद्ध तब मचे कनेरा, और तुमल युद्ध बड़ा गमसान युद्ध मचिया। दोहे दिस हेला कीन बडेरा, दोहां पासियां तो बहुत हल्ला होया। उधर अब्दुल खां सूबे का छोटा पुत्र चुन चुन के सूरमियां नूं नाल लेके आया, ते अब्दुल खां सूबे ने रतन चंद करम चंद नूं भी बंगार के ताड़ के भेजा है। इधरों तुरकां दा टोला आया, इधरों भाई विधि चंद जी मरजीवड़े सिखां नूं सूरमियां नूं नाल लेके आए, आमणो सामने आए हैं। हुण बड़ा घमसान युद्ध हो रहा है। सो साध संगत जी, सरबत साध संगतां दे चरनां 'च बेनती है, तखत श्री हरमंदर जी पटना साहिब वालों बहुत सारियां सेवावां चल रही हैं। इमारत की सेवा, लंगर की सेवा, जो दूर दुराडे ਜਿਹੜੇ गरीब परिवार हैं उन्होंने तखत साहिब वालों लंगर भी पहुँचाया जा रहा। ऑक्सीजन की फ्री सेवा एंबूलेंस राही पहुँचाई जा रही है। सो तखत साहिब की ये सेवा काबिले तारीफ है। जिन्ने भी प्रबंधक कमेटी के मैंबर साहिबान हैं उन्होंने सारे ही शलाघायोग हैं। और जथेदार सिंह साहब ज्ञानी रणजीत सिंह जी गौहरे मस्कीन जी का भी बहुत बड़ा उपराला है। संगतां नूं प्रेर करके सेवा करवा रहे हैं। सो
ਤਨ ਮਨ ਧਨ ਦੇ ਨਾਲ ਸੇਵਾ ਵਿੱਚ ਹਿੱਸਾ ਪਾ ਕਰਕੇ ਆਪਣਾ ਮਨੁੱਖਾ ਜਨਮ ਸਫਲਾ ਕਰੀਏ ਅਤੇ ਕਲਗੀਧਰ ਦਸ਼ਮੇਸ਼ ਪਿਤਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। आओ 2 मिनट वाहिगुरु गुर मंत्र की हाज़री ला के जाप करके उपरंत समाप्ति है। उठत बैठत सोबत जागत गुर मंत्र हृदय चितार। उड़द्या बहद्या सौंद्या जागद्या वाहिगुरु गुर मंत्र नूं चेते रखना, याद रखना। बिन जिहवा जो जपै हियाए। पहला तो श्वास श्वास आउंदे जांदे श्वासां राही वाहिगुरु गुर मंत्र का जाप करना है। जदों अभ्यास दृढ़ हो जावे, बिन जिहवा जो जपै हियाए कोई जाने कैसा नाउ। बिना जबान हिलाए वाहिगुरु गुर मंत्र दा चेते रखना, याद रखना। बिन जिहवा जो जपै हियाए। पहला तो श्वास श्वास आउंदे जांदे श्वासां राही वाहिगुरु गुर मंत्र का जाप करना है। जदों अभ्यास दृढ़ हो जावे, बिन जिहवा जो जपै हियाए कोई जाने कैसा नाउ। बिना जबान हिलाए वाहिगुरु गुर मंत्र का जाप होना चाहिए। इसनूं कहते हैं अजप्पा जाप। बिना जपे तो आटोमेटिक जाप होना। पर जदों वाहिगुरु गुर मंत्र का अखंड जाप करदियां दृढ़ अभ्यास हो जाए तो यही जाप अजप्पा जाप बन जाता है। सो आओ शुरुआत करिए, वाहिगुरु गुर मंत्र का जाप करिए। कोई रसना वांझी ना रहे। वाहिगुरु 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 वाहिगुरु। हर हर नाम जपंत्या कछ न कहे जमकाल। नानक मंतन सुखी होए अंते मिले गोपाल। छूटन लगी तुफंग वृंद तर पड़ उठ्यो शब्द बिलंदा। तुमल युद्ध तब मच्यो कनेरा। दोहे दिस हेला कीन बडेरा। वाहिगुरु जी का खालसा वाहिगुरु जी की फतेह। ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ।